ਸਤਿ ਸ੍ਰੀ ਅਕਾਲ ਜੀ। ਟੈਟ ਸਟੱਡੀ ਪ੍ਰੈਪਰੇਸ਼ਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ ਦਾ ਆਪਣਾ ਟੌਪਿਕ ਹੈ ਐਂਗਲੋ ਸਿੱਖ ਯੁੱਧ। ਇਸ ਦੇ ਵਿੱਚ ਆਪਾਂ ਅੰਗਰੇਜ਼ਾਂ ਅਤੇ ਸਿੱਖਾਂ ਦੇ ਵਿਚਕਾਰ ਜੋ ਯੁੱਧ ਹੋਏ ਨੇ ਉਹਨਾਂ ਨੂੰ ਪੜ੍ਹਾਂਗੇ। ਤਾਂ ਅੰਗਰੇਜ਼ਾਂ ਦੇ ਸਿੱਖਾਂ ਦੇ ਵਿੱਚ ਦੋ ਯੁੱਧ ਹੋਏ ਨੇ, ਜਿਨ੍ਹਾਂ ਨੂੰ ਆਪਾਂ ਪਹਿਲਾ ਐਂਗਲੋ ਸਿੱਖ ਯੁੱਧ ਅਤੇ ਦੂਸਰਾ ਐਂਗਲੋ ਸਿੱਖ ਯੁੱਧ ਦੇ ਨਾਮ ਨਾਲ ਜਾਣਦੇ ਹਾਂ। ਇਸ ਤੋਂ ਇਲਾਵਾ ਆਪਾਂ ਪੜ੍ਹਾਂਗੇ ਅੰਮ੍ਰਿਤਸਰ ਦੀ ਸੰਧੀ ਦੇ ਬਾਰੇ ਵਿੱਚ। ਤਾਂ ਚਲੋ ਸਟਾਰਟ ਕਰਦੇ ਹਾਂ। ਪਹਿਲੀ ਐਂਗਲੋ ਸਿੱਖ ਲੜਾਈ। ਤਾਂ ਪਹਿਲੀ ਐਂਗਲੋ ਸਿੱਖ ਲੜਾਈ ਕਦੋਂ ਹੋਈ? ਇਹ ਹੋਈ 1845 ਤੋਂ ਲੈ ਕੇ 1846 ਦੇ ਵਿੱਚ ਹੋਈ। ਪਹਿਲੀ ਐਂਗਲੋ ਸਿੱਖ ਯੁੱਧ ਦੇ ਵਿੱਚ ਕਿੰਨੀਆਂ ਲੜਾਈਆਂ ਹੋਈਆਂ? ਤਾਂ ਇਸ ਦੇ ਵਿੱਚ ਟੋਟਲ 5 ਲੜਾਈਆਂ ਹੋਈਆਂ, ਜਿਨ੍ਹਾਂ ਵਿੱਚੋਂ ਇੱਕ ਵਿੱਚ ਸਿੱਖਾਂ ਨੂੰ ਜਿੱਤ ਪ੍ਰਾਪਤ ਹੋਈ ਅਤੇ 4 ਲੜਾਈਆਂ ਦੇ ਵਿੱਚ ਅੰਗਰੇਜ਼ਾਂ ਨੂੰ ਜਿੱਤ ਪ੍ਰਾਪਤ ਹੋਈ। ਸਿੱਖਾਂ ਨੂੰ ਕਿਹੜੀ ਲੜਾਈ ਦੇ ਵਿੱਚ ਜਿੱਤ ਪ੍ਰਾਪਤ ਹੋਈ? ਤੀਜੀ ਲੜਾਈ ਦੇ ਵਿੱਚ ਸਿੱਖਾਂ ਨੂੰ ਜਿੱਤ ਪ੍ਰਾਪਤ ਹੋਈ, ਜਿਸ ਨੂੰ ਬੱਦੋਵਾਲ ਦੀ ਲੜਾਈ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅੱਗੇ ਇਸ ਨੂੰ ਆਪਾਂ ਡਿਟੇਲ ਦੇ ਵਿੱਚ ਪੜ੍ਹਨ ਵਾਲੇ ਹਾਂ। ਪੁੱਛ ਲਿਆ ਜਾਂਦਾ ਐਗਜ਼ਾਮ ਦੇ ਵਿੱਚ, ਜਦੋਂ ਪਹਿਲਾ ਐਂਗਲੋ ਸਿੱਖ ਯੁੱਧ ਹੋਇਆ ਉਸ ਸਮੇਂ ਭਾਰਤ ਦੇ ਗਵਰਨਰ ਜਨਰਲ ਕੌਣ ਸਨ? ਤਾਂ ਜਦੋਂ ਪਹਿਲਾ ਐਂਗਲੋ ਸਿੱਖ ਯੁੱਧ ਹੋਇਆ ਉਸ ਸਮੇਂ ਭਾਰਤ ਦੇ ਗਵਰਨਰ ਜਨਰਲ ਸਨ ਲਾਰਡ ਹਾਰਡਿੰਗ। ਠੀਕ ਹੈ ਜੀ। ਤਾਂ 1845-46 ਦੇ ਵਿੱਚ ਭਾਰਤ ਦੇ ਗਵਰਨਰ ਜਨਰਲ ਕੌਣ ਸਨ? ਲਾਰਡ ਹਾਰਡਿੰਗ। ਤੇ ਪੰਜਾਬ ਦਾ ਰਾਜਾ ਕੌਣ ਸੀ ਉਸ ਸਮੇਂ? ਤਾਂ ਮਹਾਰਾਜਾ ਦਲੀਪ ਸਿੰਘ ਉਸ ਸਮੇਂ ਪੰਜਾਬ ਦੇ ਰਾਜਾ ਸਨ। ਇਹ ਨਾਬਾਲਗ ਸਨ, ਇਸ ਲਈ ਜੋ ਅਗਵਾਈ ਸੀ ਉਹ ਕੀਤੀ ਸੀ ਮਹਾਰਾਣੀ ਜਿੰਦ ਕੌਰ ਨੇ। ਮਹਾਰਾਣੀ ਜਿੰਦ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਸਨ ਅਤੇ ਮਹਾਰਾਜਾ ਦਲੀਪ ਸਿੰਘ ਇਹਨਾਂ ਦੇ ਪੁੱਤਰ ਸਨ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਸਨ। ਠੀਕ ਹੈ ਜੀ। ਉਸ ਤੋਂ ਬਾਅਦ ਆਉਂਦਾ ਪਹਿਲਾ ਐਂਗਲੋ ਸਿੱਖ ਯੁੱਧ ਜੋ ਹੋਇਆ ਸੀ, ਉਸ ਦੇ ਵਿੱਚ 5 ਬੈਟਲ ਹੋਈਆਂ ਸਨ। ਉਹਨਾਂ 5 ਬੈਟਲ ਦੇ ਨਾਮ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ, ਕਿਉਂਕਿ ਲਾਸਟ ਟਾਈਮ PSSB ਦੇ ਵਿੱਚ 4 ਬੈਟਲ ਦੇ ਨਾਮ ਦਿੱਤੇ ਹੋਏ ਸਨ ਅਤੇ ਪੁੱਛਿਆ ਗਿਆ ਸੀ ਇਹਨਾਂ ਵਿੱਚੋਂ ਕਿਹੜਾ ਐਂਗਲੋ ਸਿੱਖ ਵਾਰ ਨਹੀਂ ਹੈ। ਠੀਕ ਹੈ ਜੀ। ਤਾਂ ਚਲੋ 5 ਬੈਟਲ ਦੇ ਆਪਾਂ ਨਾਮ ਪੜ੍ਹਦੇ ਹਾਂ ਜੋ ਪਹਿਲੇ ਐਂਗਲੋ ਸਿੱਖ ਯੁੱਧ ਦੇ ਵਿੱਚ ਹੋਈਆਂ। ਪਹਿਲੀ ਲੜਾਈ ਸੀ ਮੁੱਦਕੀ ਦੀ ਲੜਾਈ, ਦੂਸਰੀ ਲੜਾਈ ਹੋਈ ਫਿਰੋਜ਼ ਸ਼ਹਿਰ ਦੀ ਲੜਾਈ, ਤੀਸਰੀ ਲੜਾਈ ਹੋਈ ਬੱਦੋਵਾਲ ਦੀ ਲੜਾਈ, ਚੌਥੀ ਲੜਾਈ ਹੋਈ ਅਲੀਵਾਲ ਦੀ ਲੜਾਈ ਤੇ ਪੰਜਵੀਂ ਲੜਾਈ ਹੋਈ ਜੀ ਸਭਰਾਓ ਦੀ ਲੜਾਈ। ਇਹਨਾਂ ਦੇ ਵਿੱਚੋਂ ਬੱਦੋਵਾਲ ਦੀ ਲੜਾਈ ਦੇ ਵਿੱਚ ਸਿੱਖਾਂ ਦੀ ਜਿੱਤ ਹੋਈ, ਬਾਕੀ 4 ਦੇ ਵਿੱਚ ਅੰਗਰੇਜ਼ਾਂ ਦੀ ਜਿੱਤ ਹੋਈ। ਤਾਂ ਹੁਣ ਡਿਟੇਲ 'ਚ ਪੜ੍ਹਦੇ ਹਾਂ ਇਹਨਾਂ ਬੈਟਲ ਦੇ ਬਾਰੇ। ਪਹਿਲੀ ਲੜਾਈ ਹੈ ਜੀ ਮੁੱਦਕੀ ਦੀ ਲੜਾਈ। ਸਭ ਤੋਂ ਪਹਿਲਾਂ ਤੁਹਾਨੂੰ ਡੇਟ ਯਾਦ ਹੋਣੀ ਚਾਹੀਦੀ ਹੈ। ਤਾਂ ਮੁੱਦਕੀ ਦੀ ਲੜਾਈ ਹੋਈ ਜੀ 18 ਦਸੰਬਰ 1845 ਨੂੰ। ਸਿੱਖਾਂ ਦੀ ਅਗਵਾਈ ਕਿਸ ਨੇ ਕੀਤੀ ਮੁੱਦਕੀ ਦੀ ਲੜਾਈ ਦੇ ਵਿੱਚ? ਤਾਂ ਲਾਲ ਸਿੰਘ ਨੇ ਅਗਵਾਈ ਕੀਤੀ ਸਿੱਖਾਂ ਦੀ, ਅਤੇ ਅੰਗਰੇਜ਼ਾਂ ਦੀ ਅਗਵਾਈ ਕਿਸ ਨੇ ਕੀਤੀ? ਸਰ ਹੁਗ ਗੋ ਨੇ। ਠੀਕ ਹੈ, ਹੁਗ ਗੋ ਜਾਂ ਹੌਗ ਗੋ ਵੀ ਕਹਿ ਦਿੰਦੇ ਨੇ। ਇਹਨਾਂ ਨੇ ਅਗਵਾਈ ਕੀਤੀ ਅੰਗਰੇਜ਼ਾਂ ਦੀ। ਕਿੰਨਾਂ ਦੀ ਜਿੱਤ ਹੋਈ? ਅੰਗਰੇਜ਼ਾਂ ਦੀ ਜਿੱਤ ਹੋਈ। ਕਿਉਂ ਜਿੱਤ ਹੋਈ? ਕਿਉਂਕਿ ਜੋ ਸਿੱਖਾਂ ਦਾ ਲੀਡਰ ਸੀ ਜਿਸ ਦਾ ਨਾਮ ਸੀ ਲਾਲ ਸਿੰਘ, ਵੀ ਧੋਖਾ ਕਰ ਗਿਆ ਸੀ, ਤਾਂ ਇਸ ਕਰਕੇ ਅੰਗਰੇਜ਼ਾਂ ਦੀ ਇਸ ਬੈਟਲ ਦੇ ਵਿੱਚ ਜਿੱਤ ਹੋਈ। ਉਸ ਤੋਂ ਬਾਅਦ ਸੈਕਿੰਡ ਲੜਾਈ ਹੁੰਦੀ ਹੈ ਜੀ। ਸੈਕਿੰਡ ਲੜਾਈ ਹੁੰਦੀ ਹੈ ਫਿਰੋਜ਼ ਸ਼ਹਿਰ ਦੀ ਲੜਾਈ। ਇਹ ਹੋਈ 21 ਦਸੰਬਰ 1845 ਨੂੰ। ਇਸ ਦੇ ਵਿੱਚ ਸਿੱਖਾਂ ਦੀ ਅਗਵਾਈ 2 ਲੀਡਰਾਂ ਨੇ ਕੀਤੀ। ਪਹਿਲੇ ਸਨ ਲਾਲ ਸਿੰਘ ਤੇ ਦੂਸਰੇ ਸਨ ਤੇਜਾ ਸਿੰਘ। ਠੀਕ ਹੈ। ਤੇ ਅੰਗਰੇਜ਼ਾਂ ਦੀ ਅਗਵਾਈ ਕੀਤੀ ਇਸ ਲੜਾਈ ਦੇ ਵਿੱਚ ਸਰ ਹੁਗ ਗੋ ਨੇ। ਠੀਕ ਹੈ। ਤੇ ਇਸ ਲੜਾਈ ਵਿੱਚ ਵੀ ਸਿੱਖਾਂ ਦੀ ਹਾਰ ਹੋਈ ਅਤੇ ਅੰਗਰੇਜ਼ਾਂ ਦੀ ਜਿੱਤ ਹੋਈ। ਇਸ ਲੜਾਈ ਦੇ ਵਿੱਚ ਫਿਰ ਇੱਕ ਵਾਰ ਲਾਲ ਸਿੰਘ ਅਤੇ ਤੇਜ ਸਿੰਘ ਨੇ ਧੋਖਾ ਕੀਤਾ ਅਤੇ ਅੰਗਰੇਜ਼ਾਂ ਦਾ ਸਾਥ ਦਿੱਤਾ, ਤਾਂ ਇਸ ਲੜਾਈ ਦੇ ਵਿੱਚ ਵੀ ਸਿੱਖ ਹਾਰ ਗਏ। ਠੀਕ ਹੈ ਜੀ। ਉਸ ਤੋਂ ਬਾਅਦ ਥਰਡ ਬੈਟਲ ਹੁੰਦੀ ਹੈ ਜੀ ਬੱਦੋਵਾਲ ਦੀ ਲੜਾਈ। ਠੀਕ ਹੈ। ਇਹ ਕਦੋਂ ਹੋਈ? 21 ਜਨਵਰੀ। ਠੀਕ ਹੈ, 21 ਜਨਵਰੀ 1846 ਨੂੰ ਤੀਜੀ ਬੈਟਲ ਹੁੰਦੀ ਹੈ ਅੰਗਰੇਜ਼ਾਂ ਅਤੇ ਸਿੱਖਾਂ ਦੇ ਵਿੱਚ, ਜਿਸ ਨੂੰ ਬੱਦੋਵਾਲ ਦੀ ਲੜਾਈ ਕਿਹਾ ਜਾਂਦਾ ਹੈ। ਇਸ ਦੇ ਵਿੱਚ ਸਿੱਖਾਂ ਦੀ ਅਗਵਾਈ ਕੀਤੀ ਸੀ ਰਣਜੋਤ ਸਿੰਘ ਮਜੀਠੀਆ ਨੇ। ਤਾਂ ਰਣਜੋਤ ਸਿੰਘ ਮਜੀਠੀਆ ਦੀ ਅਗਵਾਈ ਦੇ ਵਿੱਚ ਸਿੱਖਾਂ ਨੇ ਸਤਲੁਜ ਦਰਿਆ ਪਾਰ ਕਰਕੇ ਅੰਗਰੇਜ਼ਾਂ 'ਤੇ ਹਮਲਾ ਕਰ ਦਿੱਤਾ। ਠੀਕ ਹੈ। ਤੇ ਅੰਗਰੇਜ਼ਾਂ ਦੀ ਅਗਵਾਈ ਕੀਤੀ ਸੀ ਸਰ ਹੈਨਰੀ ਸਮਿਥ ਨੇ। ਇਸ ਦੇ ਵਿੱਚ ਸਿੱਖਾਂ ਦੀ ਜਿੱਤ ਹੋਈ। ਠੀਕ ਹੈ ਜੀ। ਤਾਂ ਬੱਦੋਵਾਲ ਦੀ ਲੜਾਈ ਦੇ ਵਿੱਚ ਸਿੱਖਾਂ ਦੀ ਜਿੱਤ ਹੋਈ। ਉਸ ਤੋਂ ਬਾਅਦ ਨੈਕਸਟ ਲੜਾਈ ਹੁੰਦੀ ਹੈ ਜੀ ਅਲੀਵਾਲ ਦੀ ਲੜਾਈ। ਇਹ ਕਦੋਂ ਹੁੰਦੀ ਹੈ? 28 ਜਨਵਰੀ 1846 ਨੂੰ। ਹੈਨਰੀ ਸਮਿਥ ਨੂੰ ਹਰਾ ਦਿੱਤਾ ਸੀ ਰਣਜੋਤ ਸਿੰਘ ਨੇ। ਠੀਕ ਹੈ, ਰਣਜੋਤ ਸਿੰਘ ਮਜੀਠੀਆ ਨੇ ਹਰਾ ਦਿੱਤਾ ਸੀ। ਤਾਂ ਹੈਨਰੀ ਸਮਿਥ ਨੂੰ ਜਦੋਂ ਹੀ ਫਿਰੋਜ਼ਪੁਰ ਤੋਂ ਸਹਾਇਤਾ ਮਿਲੀ ਤਾਂ ਉਸਨੇ ਸਿੱਖਾਂ ਦੇ ਉੱਤੇ ਅਚਾਨਕ ਹਮਲਾ ਕਰ ਦਿੱਤਾ। 7ਵੇਂ ਦਿਨ ਹੀ ਉਸਨੇ ਹਮਲਾ ਕਰ ਦਿੱਤਾ ਸੀ। ਸਿੱਖ ਸੰਭਲ ਨਹੀਂ ਪਾਏ, ਉਹਨਾਂ ਨੂੰ ਉਮੀਦ ਨਹੀਂ ਸੀ ਕਿ ਇੰਨੀ ਜਲਦੀ ਹਮਲਾ ਹੋ ਸਕਦਾ। ਠੀਕ ਹੈ। ਤਾਂ ਇਸ ਦੇ ਵਿੱਚ ਅੰਗਰੇਜ਼ਾਂ ਦੀ ਜਿੱਤ ਹੋਈ, ਪਰ ਸਿੱਖ ਸਤਲੁਜ ਦਰਿਆ ਪਾਰ ਕਰਨ ਦੇ ਵਿੱਚ ਸਫਲ ਹੋ ਗਏ ਸਨ। ਉਸ ਤੋਂ ਬਾਅਦ ਪਹਿਲੇ ਐਂਗਲੋ ਸਿੱਖ ਯੁੱਧ ਦੀ ਜੋ ਲਾਸਟ ਬੈਟਲ ਸੀ ਉਹ ਸੀ ਸਭਰਾਓ ਦੀ ਬੈਟਲ। ਠੀਕ ਹੈ।
ਸਭਰਾਓ ਦੀ ਲੜਾਈ ਕਦੋਂ ਹੋਈ? 10 ਫਰਵਰੀ 1845 ਨੂੰ ਸਭਰਾਓ ਦੀ ਲੜਾਈ ਹੋਈ। ਇਸ ਦੇ ਵਿੱਚ ਸਿੱਖਾਂ ਨੂੰ ਲੀਡ ਕੀਤਾ 3 ਲੀਡਰਾਂ ਨੇ। ਪਹਿਲੇ ਸਨ ਲਾਲ ਸਿੰਘ, ਦੂਸਰੇ ਸਨ ਤੇਜਾ ਸਿੰਘ, ਤੇ ਤੀਸਰੇ ਸਨ ਸਾਮ ਸਿੰਘ ਅਟਾਰੀ ਵਾਲਾ। ਠੀਕ ਹੈ। ਤੇ ਅੰਗਰੇਜ਼ਾਂ ਦੀ ਅਗਵਾਈ ਕੀਤੀ ਸਰ ਹੌਗ-ਗੌ ਅਤੇ ਸਰ ਹੈਨਰੀ ਹਾਰਡਿੰਗ ਨੇ। ਠੀਕ ਹੈ ਜੀ। ਇਸ ਤੋਂ ਇਲਾਵਾ ਜੇ ਗੱਲ ਕਰੀਏ, ਇਸ ਬੈਟਲ ਦੇ ਵਿੱਚ ਵੀ ਅੰਗਰੇਜ਼ਾਂ ਦੀ ਜਿੱਤ ਹੋਈ। ਲਾਲ ਸਿੰਘ ਅਤੇ ਤੇਜਾ ਸਿੰਘ ਨੇ ਇੱਕ ਵਾਰ ਫਿਰ ਧੋਖਾ ਦਿੱਤਾ ਤੇ ਸਾਮ ਸਿੰਘ ਅਟਾਰੀ ਵਾਲਾ ਬਹਾਦਰੀ ਨਾਲ ਲੜਦੇ ਹੋਏ ਇਸ ਬੈਟਲ ਦੇ ਵਿੱਚ ਸ਼ਹੀਦ ਹੋ ਗਏ ਸਨ। ਠੀਕ ਹੈ। ਸਾਮ ਸਿੰਘ ਅਟਾਰੀ ਵਾਲਾ ਬਹਾਦਰੀ ਨਾਲ ਲੜੇ ਅਤੇ ਅੰਤ ਦੇ ਵਿੱਚ ਉਹ ਸ਼ਹੀਦੀ ਪ੍ਰਾਪਤ ਕਰ ਗਏ ਸਨ, ਪਰ ਲਾਲ ਸਿੰਘ ਤੇ ਤੇਜ ਸਿੰਘ ਦੀ ਧੋਖੇ ਦੇ ਕਾਰਨ ਸਿੱਖ ਇਸ ਲੜਾਈ ਨੂੰ ਹਾਰ ਗਏ ਸਨ। ਤਾਂ ਇਸ ਲੜਾਈ ਦੀ ਗੱਲ ਕਰੀਏ ਤਾਂ 320 ਅੰਗਰੇਜ਼ਾਂ ਦੀ ਇਸ ਦੇ ਵਿੱਚ ਮੌਤ ਹੋ ਗਈ ਸੀ, ਕਿਉਂਕਿ ਸਿੱਖ ਕਾਫੀ ਬਹਾਦਰੀ ਨਾਲ ਲੜੇ ਸਨ, ਅਤੇ 2,125 ਯਾਨੀ ਕਿ 2085 ਜੋ ਅੰਗਰੇਜ਼ ਸਨ ਉਹ ਜ਼ਖਮੀ ਹੋ ਗਏ ਸਨ, ਤੇ ਇਸ ਦੇ ਵਿੱਚ 3125 ਜਿਹੜੇ ਸਿੱਖ ਸਨ ਉਹ ਸ਼ਹੀਦ ਹੋ ਗਏ ਸਨ। ਤਾਂ ਸ਼ਹੀਦ ਕਿੰਨੇ ਸਿੱਖ ਹੋਏ ਸਨ? 3125 ਸਭਰਾਓ ਦੀ ਬੈਟਲ ਦੇ ਵਿੱਚ। ਅਤੇ ਅੰਗਰੇਜ਼ਾਂ ਦੀ ਕਿੰਨਿਆਂ ਦੀ ਮੌਤ ਹੋਈ ਸੀ? 320 ਦੀ। ਤੇ ਕਿੰਨੇ ਅੰਗਰੇਜ਼ ਜ਼ਖਮੀ ਹੋਏ ਸਨ? 2085। ਉਸ ਤੋਂ ਬਾਅਦ ਅੰਮ੍ਰਿਤਸਰ ਦੀ ਸੰਧੀ ਹੁੰਦੀ ਹੈ। ਤਾਂ ਅੰਮ੍ਰਿਤਸਰ ਦੀ ਸੰਧੀ ਨੂੰ ਭੈਰੋਵਾਲ ਦੀ ਸੰਧੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਤਾਂ ਮੋਸਟ ਇੰਪੋਰਟੈਂਟ ਹੈ ਇਹ ਸੰਧੀ ਕਦੋਂ ਹੋਈ? ਤਾਂ ਇਸ ਦੀ ਡੇਟ ਇੱਥੇ ਪ੍ਰਿੰਟ ਹੋਣੀ ਰਹਿ ਗਈ, ਤਾਂ ਤੁਸੀਂ ਲਿਖ ਲੈਣਾ 9 ਮਾਰਚ 1846 ਦੇ ਵਿੱਚ ਭੈਰੋਵਾਲ ਦੀ ਸੰਧੀ ਹੁੰਦੀ ਹੈ। ਠੀਕ ਹੈ ਜੀ। ਤਾਂ 9 ਮਾਰਚ 1846 ਨੂੰ ਭੈਰੋਵਾਲ ਦੀ ਸੰਧੀ ਹੁੰਦੀ ਹੈ। ਤੇ ਇਸ ਸੰਧੀ ਦੇ ਵਿੱਚ ਕੀ ਕੁਝ ਹੁੰਦਾ ਹੈ? ਤਾਂ ਇਸ ਸੰਧੀ ਦੇ ਤਹਿਤ ਕਸ਼ਮੀਰ ਨੂੰ ਵੇਚਿਆ ਜਾਂਦਾ ਜੀ ਗੁਲਾਬ ਸਿੰਘ ਨੂੰ। ਠੀਕ ਹੈ। ਗੁਲਾਬ ਸਿੰਘ ਨੂੰ 1 ਕਰੋੜ ਦੇ ਵਿੱਚ ਕਸ਼ਮੀਰ ਵੇਚ ਦਿੱਤਾ ਜਾਂਦਾ ਹੈ, ਤੇ ਮਹਾਰਾਜਾ ਰਣਜੀਤ ਸਿੰਘ ਨੂੰ ਮਹਾਰਾਜਾ ਦੀ ਉਪਾਧੀ ਦਿੱਤੀ ਜਾਂਦੀ ਹੈ, ਮਹਾਰਾਜਾ ਵਜੋਂ ਮਾਨਤਾ ਦਿੱਤੀ ਜਾਂਦੀ ਹੈ, ਅਤੇ ਕਿਹਾ ਜਾਂਦਾ ਕਿ ਇਹ ਨਾਬਾਲਗ ਨੇ, ਇਹਨਾਂ ਨਾਲ 8 ਸਿੱਖਾਂ ਦਾ ਇੱਕ ਪ੍ਰਤੀਨਿਧ ਹੋਵੇਗਾ। ਤੇ ਉਸ ਤੋਂ ਇਲਾਵਾ ਬਰਤਾਨਵੀ ਫੌਜ ਇੱਥੇ ਹੀ ਰਹੇਗੀ ਜਦੋਂ ਤੱਕ ਮਹਾਰਾਜਾ ਦਲੀਪ ਸਿੰਘ ਬਾਲਗ ਨਹੀਂ ਬਣ ਜਾਂਦੇ। ਠੀਕ ਹੈ। ਤੇ ਇੱਕ ਰੈਜੀਡੈਂਟ ਨਿਯੁਕਤ ਕੀਤਾ ਗਿਆ ਜੋ ਸਾਰਾ ਕੰਮਕਾਜ ਦੇਖੇਗਾ, ਤੇ ਉਸ ਰੈਜੀਡੈਂਟ ਦਾ ਨਾਮ ਸੀ ਹੈਨਰੀ ਲਾਰੈਂਸ। ਹੈਨਰੀ ਲਾਰੈਂਸ ਨੂੰ ਰੈਜੀਡੈਂਟ ਨਿਯੁਕਤ ਕੀਤਾ ਗਿਆ ਜੋ ਕਿ ਸਾਰਾ ਕੰਮਕਾਜ ਦੇਖੇਗਾ। ਇਸ ਤੋਂ ਇਲਾਵਾ ਬਿਆਸ ਅਤੇ ਸਤਲੁਜ ਦੇ ਇਲਾਕੇ ਦੇ ਵਿੱਚ ਅੰਗਰੇਜ਼ਾਂ ਦਾ ਅਧਿਕਾਰ ਹੋ ਗਿਆ ਸੀ। ਬਿਆਸ ਤੇ ਸਤਲੁਜ ਦਾ ਜੋ ਇਲਾਕਾ ਉਸ ਨੂੰ ਦੁਆਬ ਕਿਹਾ ਜਾਂਦਾ ਹੈ। ਠੀਕ ਹੈ। ਤਾਂ ਦੁਆਬ ਦੇ ਵਿੱਚ ਅੰਗਰੇਜ਼ਾਂ ਦਾ ਅਧਿਕਾਰ ਹੋ ਗਿਆ ਸੀ। ਸਤਲੁਜ ਦਰਿਆ ਦੇ ਦੋਹੇ ਕੰਢਿਆਂ 'ਤੇ ਹੁਣ ਅੰਗਰੇਜ਼ਾਂ ਦਾ ਅਧਿਕਾਰ ਹੋ ਗਿਆ ਸੀ। ਉਸ ਤੋਂ ਬਾਅਦ ਆਉਂਦਾ ਜੀ ਦੂਜਾ ਐਂਗਲੋ ਸਿੱਖ ਯੁੱਧ। ਇਹ ਕਦੋਂ ਹੋਇਆ? ਇਹਦਾ ਟਾਈਮ ਸੀ 1848 ਤੋਂ ਲੈ ਕੇ 1849 ਦੇ ਵਿੱਚ ਹੋਇਆ ਜੀ ਦੂਜਾ ਐਂਗਲੋ ਸਿੱਖ ਯੁੱਧ। ਤਾਂ ਪੁੱਛਿਆ ਜਾਂਦਾ ਜਦੋਂ ਦੂਜਾ ਐਂਗਲੋ ਸਿੱਖ ਯੁੱਧ ਹੋਇਆ ਉਸ ਸਮੇਂ ਜੋ ਭਾਰਤ ਦੇ ਗਵਰਨਰ ਜਨਰਲ ਸਨ ਉਹ ਕੌਣ ਸਨ? ਤਾਂ ਦੂਜੇ ਐਂਗਲੋ ਸਿੱਖ ਯੁੱਧ ਸਮੇਂ ਭਾਰਤ ਦੇ ਗਵਰਨਰ ਜਨਰਲ ਸਨ ਲਾਰਡ ਡਲਹੌਜੀ। ਠੀਕ ਹੈ। ਤਾਂ ਦੂਜੇ ਐਂਗਲੋ ਸਿੱਖ ਯੁੱਧ ਦੇ ਵਿੱਚ ਕਿੰਨੀਆਂ ਲੜਾਈਆਂ ਹੋਈਆਂ? ਟੋਟਲ ਲੜਾਈਆਂ ਹੋਈਆਂ ਜੀ 4, ਜਿਸ ਦੇ ਵਿੱਚ ਪਹਿਲੀਆਂ 2 ਲੜਾਈਆਂ ਦੇ ਵਿੱਚ ਸਿੱਖਾਂ ਦੀ ਜਿੱਤ ਹੋਈ ਅਤੇ ਆਖਰੀ 2 ਲੜਾਈਆਂ ਦੇ ਵਿੱਚ ਅੰਗਰੇਜ਼ਾਂ ਦੀ ਜਿੱਤ ਹੋਈ। ਹੁਣ ਡਿਟੇਲ 'ਚ ਪੜ੍ਹਦੇ ਇਹਨਾਂ ਲੜਾਈਆਂ ਨੂੰ। ਤਾਂ ਦੂਜਾ ਐਂਗਲੋ ਸਿੱਖ ਯੁੱਧ ਸੀ, 4 ਲੜਾਈਆਂ ਹੋਈਆਂ। ਰਾਮਨਗਰ ਦੀ ਲੜਾਈ, ਚਿੱਲਿਆਂਵਾਲਾ ਦੀ ਲੜਾਈ, ਮੁਲਤਾਨ ਦੀ ਲੜਾਈ ਅਤੇ ਗੁਜਰਾਤ ਦੀ ਲੜਾਈ। ਤਾਂ ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਰਾਮਨਗਰ ਦੀ ਲੜਾਈ ਬਾਰੇ। ਰਾਮਨਗਰ ਦੀ ਲੜਾਈ 22 ਨਵੰਬਰ 1848 ਨੂੰ ਹੋਈ। ਕਦੋਂ ਹੋਈ? 22 ਨਵੰਬਰ 1848 ਨੂੰ ਰਾਮਨਗਰ ਦੀ ਲੜਾਈ ਹੋਈ। ਤੇ ਇਸ ਦੇ ਵਿੱਚ ਸਿੱਖਾਂ ਦੀ ਅਗਵਾਈ ਕੀਤੀ ਸ਼ੇਰ ਸਿੰਘ ਅਟਾਰੀ ਵਾਲਾ ਨੇ ਅਤੇ ਅੰਗਰੇਜ਼ਾਂ ਦੀ ਅਗਵਾਈ ਕੀਤੀ ਸਰ ਗੌ ਨੇ। ਠੀਕ ਹੈ। ਇਸ ਦੇ ਵਿੱਚ ਸਿੱਖਾਂ ਦੀ ਜਿੱਤ ਹੁੰਦੀ ਹੈ। ਉਸ ਤੋਂ ਬਾਅਦ ਚਿੱਲਿਆਂਵਾਲਾ ਦੀ ਲੜਾਈ ਹੁੰਦੀ ਹੈ ਜੀ। ਇਹ ਲੜਾਈ ਹੁੰਦੀ ਹੈ ਜੀ 13 ਜਨਵਰੀ 1849 ਨੂੰ। ਚਿੱਲਿਆਂਵਾਲਾ ਦੀ ਲੜਾਈ ਕਦੋਂ ਹੁੰਦੀ ਹੈ? 13 ਜਨਵਰੀ 1849 ਨੂੰ ਹੁੰਦੀ ਹੈ। ਇਸ ਦੇ ਵਿੱਚ ਸਿੱਖਾਂ ਦੀ ਅਗਵਾਈ ਕੌਣ ਕਰਦਾ ਜੀ? ਸ਼ੇਰ ਸਿੰਘ ਅਟਾਰੀ ਵਾਲਾ। ਅਤੇ ਅੰਗਰੇਜ਼ਾਂ ਦੀ ਅਗਵਾਈ ਕੌਣ ਕਰਦੇ ਨੇ? ਸਰ ਗੌ। ਠੀਕ ਹੈ। ਇਸ ਦੇ ਵਿੱਚ ਵੀ ਸਿੱਖਾਂ ਦੀ ਜਿੱਤ ਹੁੰਦੀ ਹੈ। ਤੇ ਕਿਹਾ ਜਾਂਦਾ ਹੈ ਕਿ ਅੰਗਰੇਜ਼ਾਂ ਦੇ ਭਾਰਤ ਆਉਣ ਤੋਂ ਹੁਣ ਤੱਕ ਦੇ ਟਾਈਮ ਤੱਕ 1849 ਤੱਕ ਦੇ ਟਾਈਮ ਤੱਕ ਇਹ ਅੰਗਰੇਜ਼ਾਂ ਦੀ ਸਭ ਤੋਂ ਵੱਡੀ ਹਾਰ ਸੀ। ਠੀਕ ਹੈ। ਤਾਂ ਹੁਣ ਤੱਕ ਦੀ ਉਦੋਂ ਤੱਕ ਦੀ ਇਹ ਅੰਗਰੇਜ਼ਾਂ ਦੀ ਸਭ ਤੋਂ ਵੱਡੀ ਹਾਰ ਕਿਹੜੀ ਸੀ? ਚਿੱਲਿਆਂਵਾਲਾ ਦੀ ਲੜਾਈ, ਜਿਸ ਦੇ ਵਿੱਚ ਸਿੱਖਾਂ ਦੀ ਪ੍ਰਤੀਨਿਧ ਕੀਤੀ ਸੀ। ਸਿੱਖਾਂ ਦਾ ਲੀਡਰ ਕੌਣ ਸੀ? ਸ਼ੇਰ ਸਿੰਘ ਅਟਾਰੀ ਵਾਲਾ। ਉਸ ਤੋਂ ਬਾਅਦ ਮੁਲਤਾਨ ਦੀ ਲੜਾਈ ਹੁੰਦੀ ਹੈ। ਮੁਲਤਾਨ ਦੀ ਲੜਾਈ ਹੁੰਦੀ ਹੈ ਜੀ 22 ਜਨਵਰੀ 1849 ਨੂੰ। 22 ਜਨਵਰੀ 1849 ਨੂੰ ਮੁਲਤਾਨ ਦੀ ਲੜਾਈ ਹੁੰਦੀ ਹੈ। ਅੰਗਰੇਜ਼ਾਂ ਦੀ ਅਗਵਾਈ ਕਰਦੇ ਨੇ ਇਸ ਯੁੱਧ ਦੇ ਵਿੱਚ ਸਰ ਬਿਸ, ਅਤੇ ਜੋ ਸਿੱਖਾਂ ਦੀ ਅਗਵਾਈ ਕਰਦੇ ਨੇ ਤਾਂ ਉਹਨਾਂ ਦਾ ਨਾਮ ਹੁੰਦਾ ਜੀ ਮੂਲ ਰਾਜ। ਮੂਲ ਰਾਜ ਅੰਗਰੇਜ਼ਾਂ ਅੱਗੇ ਇਸ ਲੜਾਈ ਦੇ ਵਿੱਚ ਗੋਡੇ ਟੇਕ ਦਿੰਦੇ ਹਨ, ਉਹਨਾਂ ਨੂੰ ਬੰਦੀ ਬਣਾ ਲਿਆ ਜਾਂਦਾ ਹੈ, ਤੇ ਸਿੱਖ ਇਸ ਲੜਾਈ ਦੇ ਵਿੱਚ ਹਾਰ ਜਾਂਦੇ ਹਨ ਅਤੇ ਅੰਗਰੇਜ਼ਾਂ ਦੀ ਇਸ ਲੜਾਈ ਦੇ ਵਿੱਚ ਜਿੱਤ ਹੁੰਦੀ ਹੈ।
ਉਸ ਤੋਂ ਬਾਅਦ ਦੂਜੇ ਐਂਗਲੋ ਸਿੱਖ ਯੁੱਧ ਦੀ ਜੋ ਆਖਰੀ ਲੜਾਈ ਸੀ ਉਹ ਸੀ ਜੀ ਗੁਜਰਾਤ ਦੀ ਲੜਾਈ। ਠੀਕ ਹੈ, ਤਾਂ ਗੁਜਰਾਤ ਦੀ ਲੜਾਈ ਦੂਜੇ ਐਂਗਲੋ ਸਿੱਖ ਯੁੱਧ ਦੀ ਆਖਰੀ ਲੜਾਈ ਸੀ ਅਤੇ ਅੰਗਰੇਜ਼ਾਂ ਦੇ ਸਿੱਖਾਂ ਦੇ ਵਿੱਚ ਆਖਰੀ ਬੈਟਲ ਸੀ। ਠੀਕ ਹੈ, ਇਹ ਕਦੋਂ ਹੁੰਦੀ ਹੈ? 21 ਫਰਵਰੀ 1849 ਨੂੰ ਗੁਜਰਾਤ ਦੀ ਲੜਾਈ ਹੁੰਦੀ ਹੈ। ਇਹ ਅੰਗਰੇਜ਼ਾਂ ਦੇ ਸਿੱਖਾਂ ਦੇ ਵਿੱਚ ਆਖਰੀ ਲੜਾਈ ਸੀ। ਇਸ ਨੂੰ ਬੰਦੂਕਾਂ ਦੀ ਲੜਾਈ ਵੀ ਕਿਹਾ ਜਾਂਦਾ ਹੈ। ਕਿਉਂ ਕਿਹਾ ਜਾਂਦਾ ਇਸ ਨੂੰ ਬੰਦੂਕਾਂ ਦੀ ਲੜਾਈ? ਕਿਉਂਕਿ ਇਸ ਦੇ ਵਿੱਚ ਦੋਨਾਂ ਪਾਸਿਆਂ ਤੋਂ ਅੰਗਰੇਜ਼ਾਂ ਅਤੇ ਸਿੱਖਾਂ ਨੇ ਬੰਦੂਕਾਂ ਦਾ ਇਸਤੇਮਾਲ ਕੀਤਾ ਸੀ। ਅੰਗਰੇਜ਼ਾਂ ਦੀ ਅਗਵਾਈ ਇਸ ਲੜਾਈ ਦੇ ਵਿੱਚ ਕੀਤੀ ਸੀ ਸਰ ਗੋ ਨੇ ਅਗਵਾਈ ਕੀਤੀ ਸੀ, ਅਤੇ ਸਿੱਖਾਂ ਦੀ ਅਗਵਾਈ ਕੀਤੀ ਸੀ ਇਸ ਯੁੱਧ ਦੇ ਵਿੱਚ ਸ਼ੇਰ ਸਿੰਘ ਅਟਾਰੀਵਾਲਾ ਅਤੇ ਛੱਤਰ ਸਿੰਘ ਨੇ। ਠੀਕ ਹੈ, ਸ਼ੇਰ ਸਿੰਘ ਅਟਾਰੀਵਾਲਾ ਅਤੇ ਛੱਤਰ ਸਿੰਘ ਨੇ ਇਸ ਯੁੱਧ ਦੇ ਵਿੱਚ ਸਿੱਖਾਂ ਦੀ ਅਗਵਾਈ ਕੀਤੀ ਸੀ। ਇਸ ਯੁੱਧ ਦੇ ਵਿੱਚ ਅੰਗਰੇਜ਼ਾਂ ਦੀ ਜਿੱਤ ਹੁੰਦੀ ਹੈ ਜੀ। ਠੀਕ ਹੈ ਜੀ, ਉਸ ਤੋਂ ਬਾਅਦ ਕੀ ਹੁੰਦਾ ਹੈ? ਲਾਰਡ ਡਲਹੌਜੀ ਭਾਰਤ ਦੇ ਗਵਰਨਰ ਜਨਰਲ ਹੁੰਦੇ ਨੇ। 29 ਮਾਰਚ 1849 ਨੂੰ ਉਹ ਡਿਕਲੇਅਰ ਕਰ ਦਿੰਦੇ ਨੇ ਕਿ ਹੁਣ ਪੰਜਾਬ ਬਰਤਾਨਵੀ ਸਮਰਾਜ ਦਾ ਇੱਕ ਹਿੱਸਾ ਹੈ। ਭਾਰਤ ਦਾ ਜਿਹੜਾ ਬਰਤਾਨਵੀ ਠੀਕ ਹੈ ਸਮਰਾਜ ਹੈ ਉਸ ਦਾ ਹਿੱਸਾ ਹੈ ਅੱਜ ਤੋਂ ਪੰਜਾਬ। ਠੀਕ ਹੈ ਜੀ, ਅਤੇ ਪੰਜਾਬ ਦੇ ਵਿੱਚ ਪ੍ਰਸ਼ਾਸਨਿਕ ਢਾਂਚਾ ਲਾਗੂ ਕਰ ਦਿੱਤਾ ਜਾਂਦਾ ਹੈ। ਤਾਂ ਅੱਗੇ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਪੜ੍ਹਾਂਗੇ ਅੰਗਰੇਜ਼ਾਂ ਦੇ ਸਮੇਂ ਪੰਜਾਬ ਦੇ ਕੀ ਹਾਲਾਤ ਸਨ, ਅਤੇ ਇਸ ਵੀਡੀਓ ਦੇ MCQs ਵੀ ਆਪਾਂ ਅੱਗੇ ਕਰਾਂਗੇ ਵੀਡੀਓ ਦੇ ਵਿੱਚ। ਤਾਂ ਡੈਟਸ ਆਲ ਗਾਇਸ, ਜੇ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਜੇ ਹਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ। ਧੰਨਵਾਦ।